ओंकार सतगुर प्रसाद। बसंत महला नौवां। पापी हिय मैं काम वसाए, माना चंचल जाति कहो न जाए रहाओ। जोगी जंगम अर सन्यास, सबही पर डारी एह फास। जेह जेह हर को नाम समार, ते पव सागर उतरे पार। जन नानक हर की शरणाई, दीजै नाम रहै गुण गाए। जन नानक हर की शरणाई, दीजै नाम रहै गुण गाए। वाहिगुरू जी का खालसा, वाहिगुरू जी की फतेह। चबर छत्र तख्त दे मालक, हालत पलत दे राखे सरवरे कायनात, परम कृपालु रहबर धन गुरु ग्रंथ साहिब जी महाराज, जिन्हां दी पावन पवित्र निगी गोद अंदर आप समूह हाजरीन संध्या दे दीवाना अंदर जुड़ बैठे हो। चल रही लड़ीवार विचार पावन पवित्र बाणी तन तन गुरु तेग बहादुर पातशाह जी के मुखार विंत उच्चारण की हुई। आप जी ने पावन पवित्र शब्द बसंत राग के अंदर सरवण किया है। गुरु ग्रंथ साहिब जी महाराज तिन्हां दे 31 रागां दे विचों बसंत राग जिहड़ा है वो 25वां राग है। गुरुदेव सतगुरु इस पावन पवित्र राग दे अंदर इस शब्द नूं गौणा करते हैं। जो उपदेश सानू बख्शिश करते हैं वो रहाओ दे पदे दे अंदर इस तरह है। पापी हिय मैं काम वसाए, मन चंचल जाते गह्यों न जाए रहाओ। गुरुदेव सतगुरु जी इस शब्द के राही जो रहाओ दे पंथ अंदर सानू उपदेश करते हैं वो है पापी ही है मैं काम वसाए। गुरुदेव सतगुरु कहते भी जिहड़ा हिरदा जिहड़ा शरीर ना कहते पापी बन चुकिया है, जिहदे अंदर पापां दा वासा है। सतगुरु पातशाह जी कहते जिहड़ा हिरदा पापी हो चुकिया है, सुभाविक ही गल है भी उहदे अंदर काम दा भी वासा होवेगा, उहदे विच काम भी आण के वसदा होवेगा। जिहड़ा हिरदा है ही पापी। साध संगत जी, गुरुदेव सतगुरु जी ने इस शब्द के राही सानू काम तो जाणू कराउण दा यतन किया है। ते काम की है? संसार के अंदर मनुख जो अपनी जिंदगी बतीत करता ना, उस परमात्मा की देन ये जिंदगी बड़ी खूबसूरत ते बड़ी सुंदर है। सुंदर इस करके है जेकर मनुख परमात्मा के बनाए हुए निजमां दे विच रह के अपनी जिंदगी बतीत करे तो बड़ी सुंदर है। पर साध संगत जी, किसी वस्तु के लई किसी पदार्थ के लई मनुख अपनी जिंदगी नूं दाव दे उत्ते ला दे, वो शरीर नूं दाव दे उत्ते ला दे, उस जीवन नूं दाव दे उत्ते ला लवे जिहड़ा अमूलक है। एक बारी सानू प्राप्त होया दोबारे प्राप्त होना कि नहीं, इस बाबत क्या भी नहीं जा सकता। अमूलक है ये जिंदगी। पर मनुख जिथे संसार दे विच चंगियां चीज़ां दे सौदे करने ना,
ਚੰਗੀਆਂ ਵਸਤੂਆਂ ਨੂੰ ਵੰਡਣਾ ਹੈ ਜਿੱਥੇ, ਉੱਥੇ ਮਨੁੱਖ ਕੀ ਕਰਦਾ ਹੈ, ਉੱਥੇ ਉਸ ਬਿੱਖ ਦਾ, ਉਸ ਜ਼ਹਿਰ ਦਾ ਸੌਦਾ ਕਰ ਲੈਂਦਾ ਅਤੇ ਉਹਦੇ ਬਦਲੇ ਦੇ ਵਿੱਚ ਦਾਅ ਦੇ ਉੱਤੇ ਜਿਹੜਾ ਹੈ ਆਪਣਾ ਆਪ ਲਾ ਦਿੰਦਾ ਹੈ। ਅਤੇ ਉਹ ਮਨੁੱਖ ਦੇ ਵਾਸਤੇ ਇੱਕ ਘਾਟੇ ਦਾ ਸੌਦਾ ਸਾਬਤ ਹੁੰਦਾ, ਨੁਕਸਾਨਦਾਇਕ ਸਾਬਤ ਹੁੰਦਾ ਹੈ। ਅਤੇ ਕਾਮ ਜਿਹੜਾ ਹੈ, ਜਿਸ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਨਾ ਇਹ ਵਿਕਾਰ ਵੱਧਦੇ ਜਾਣਗੇ, ਜਿਸ ਤਰ੍ਹਾਂ ਪਾਤਸ਼ਾਹ ਜੀ ਨੇ ਦੱਸਿਆ ਵੀ ਇਹ ਹਿਰਦਾ ਜਦੋਂ ਪਾਪੀ ਹੋ ਚੁੱਕਿਆ, ਪਹਿਲਾਂ ਪਾਪੀ ਨਹੀਂ ਸੀ ਪਰ ਪਾਪੀ ਬਣ ਚੁੱਕਿਆ ਹੈ। ਪਾਪੀ ਬਣਨ ਵਾਸਤੇ ਸਮਾਂ ਲੱਗਿਆ ਹੋਵੇਗਾ, ਕਿਉਂਕਿ ਮਨੁੱਖ ਦੇ ਇਹ ਗੱਲ ਜ਼ਰੂਰੀ ਨਹੀਂ ਹੁੰਦੀ ਵੀ ਬਾਹਰੀ ਤੌਰ ਦੇ ਉੱਤੇ ਜਿਹੜੇ ਤੁਸੀਂ ਪਾਪ ਕਰਦੇ ਹੋ ਉਹੀ ਪਾਪ ਗਿਣੇ ਜਾਂਦੇ ਨੇ। ਜਿਸ ਵੇਲੇ ਮਨੁੱਖ ਦੀ ਸੋਚ ਜਿਹੜੀ ਹੈ ਨਾ, ਵਿਵੇਕ ਬੁੱਧੀ ਹੈ, ਸੋਚਣ ਸ਼ਕਤੀ ਹੈ, ਉਹ ਮਲੀਨ ਹੋਣੀ ਸ਼ੁਰੂ ਹੋ ਜਾਵੇ, ਉਹ ਗਿਰਾਵਟ ਦੇ ਵਿੱਚ ਚਲੀ ਜਾਵੇ, ਉਹ ਨੀਚਤਾ ਦੇ ਵਿੱਚ ਚਲੀ ਜਾਵੇ, ਜਿਹਦੇ ਵਿੱਚ ਨੀਚਤਾ ਭਰੇ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਜਾਣ, ਅਤੇ ਪਾਤਸ਼ਾਹ ਕਹਿੰਦੇ ਫਿਰ ਹਿਰਦਾ ਜਿਹੜਾ ਨਾ ਉਹ ਪਾਪੀ ਹੋ ਜਾਂਦਾ ਹੈ। ਫਿਰ ਉਹਦੇ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਉਹਦੇ ਵਿੱਚੋਂ ਜੋ ਪੈਦਾ ਹੋਵੇਗਾ, ਜਿਹੜੇ ਵਿਚਾਰ ਉੱਥੋਂ ਪੈਦਾ ਹੋਣਗੇ, ਉਹ ਮਲੀਨਤਾ ਭਰੇ ਹੀ ਹੋਣਗੇ। ਕਈ ਵਾਰ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ ਵਿਚਰਦਿਆਂ ਇਸ ਤਰ੍ਹਾਂ ਵੀ ਹੁੰਦਾ ਹੈ ਵੀ ਲੋਕ ਲੱਚਾ, ਸਮਾਜ ਦਾ ਡਰ, ਮਨੁੱਖ ਸਮਾਜ ਦੇ ਵਿੱਚ ਆਪਣੇ ਆਪ ਨੂੰ ਚੰਗਾ ਸਾਬਤ ਕਰਨਾ ਚਾਹੁੰਦਾ, ਚੰਗਾ ਬਣ ਕੇ ਵਿਚਰਨਾ ਚਾਹੁੰਦਾ, ਜਾਂ ਸਰਕਾਰ ਦੇ ਬਣਾਏ ਹੋਏ ਉਹ ਕਾਨੂੰਨ, ਉਹ ਨਿਯਮ ਜਿਨ੍ਹਾਂ ਤੋਂ ਮਨੁੱਖ ਨੂੰ ਡਰ ਲੱਗਦਾ ਵੀ ਜੇਕਰ ਮੈਂ ਇਹਨਾਂ ਨੂੰ ਤੋੜਾਂਗਾ ਤਾਂ ਮੈਨੂੰ ਸਜ਼ਾ ਮਿਲੇਗੀ, ਉਹਨਾਂ ਨਿਯਮਾਂ ਤੋਂ ਡਰਦਾ ਹੈ। ਅਤੇ ਮਨੁੱਖ ਬਾਹਰੀ ਤੌਰ ਦੇ ਉੱਤੇ, ਪ੍ਰੈਕਟੀਕਲ ਤੌਰ ਦੇ ਉੱਤੇ ਉਹ ਪਾਪਾਂ ਨੂੰ ਜਿਹੜਾ ਹੈ ਜ਼ਾਹਰ ਨਹੀਂ ਕਰਦਾ, ਪਰ ਉਹਦੇ ਅੰਦਰ ਉਹ ਪੈਦਾ ਹੁੰਦੇ ਨੇ, ਉਹ ਪਾਪ ਅੰਦਰ ਪੈਦਾ ਹੁੰਦੇ ਨੇ। ਪਰ ਜੇਕਰ ਕਦੇ ਇੱਦਾਂ ਦਾ ਨਿਯਮ ਬਣ ਜਾਵੇ, ਸਰਕਾਰ ਕਿਤੇ ਕਹਿ ਦੇਵੇ ਵੀ ਹਰ ਇੱਕ ਮਨੁੱਖ ਨੂੰ ਖੁੱਲ੍ਹੀ ਛੁੱਟੀ ਹੈ, ਕਿਸੇ ਵੀ ਤਰ੍ਹਾਂ ਕੋਈ ਪਾਪ ਕਰ ਸਕਦਾ ਹੈ, ਅਤੇ ਉਹ ਮਨੁੱਖ ਉਹਦੇ ਵਾਸਤੇ ਕੋਈ ਜ਼ਿਆਦਾ ਸਮਾਂ ਨਹੀਂ ਲਵੇਗਾ ਉਹਨਾਂ ਨੂੰ ਅੰਜਾਮ ਦੇਣ ਵਾਸਤੇ, ਕਿਉਂਕਿ ਕਿਸੇ ਡਰ ਦੇ ਕਾਰਨ, ਲੋਕ ਲੱਚਾ ਦੇ ਕਾਰਨ ਮਨੁੱਖ ਉਹਨਾਂ ਨੂੰ ਬਾਹਰ ਨਹੀਂ ਸੀ ਕੱਢ ਰਿਹਾ। ਪਰ ਜੇਕਰ ਕਿਤੇ ਮੌਕਾ ਮਿਲ ਜਾਵੇ ਨਾ, ਇਹ ਡਰ ਨਾ ਹੋਵੇ, ਤੇ ਅੰਜਾਮ ਦੇ ਸਕਦਾ ਹੈ। ਅਤੇ ਸਤਿਗੁਰ ਪਾਤਸ਼ਾਹ ਫਿਰ ਉਹੀਓ ਸਮਝਾਉਣ ਦਾ ਯਤਨ ਕਰਦੇ ਨੇ। ਪਾਤਸ਼ਾਹ ਕਹਿੰਦੇ ਜਿਹੜਾ ਹਿਰਦਾ ਜਿਹੜਾ ਹੈ ਪਾਪੀ ਹੋ ਚੁੱਕਿਆ ਹੈ, ਇਹ ਹਿਰਦਾ, ਉਹਦੇ ਅੰਦਰ ਕਿਸੇ ਹੋਰ ਚੀਜ਼ ਦਾ ਵਾਸਾ ਤੇ ਹੋ ਨਹੀਂ ਸਕਦਾ, ਉੱਥੇ ਵਿਕਾਰ ਹੀ ਪੈਦਾ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਹੈ ਜਿੱਥੇ ਪਾਤਸ਼ਾਹ ਨੇ ਗੱਲ ਕੀਤੀ, ਉਹ ਕੀ ਹੈ, ਉਹ ਕਾਮ ਵਾਸਨਾ ਉੱਥੇ ਪੈਦਾ ਹੁੰਦੀ ਹੈ। ਅਤੇ ਸਾਧ ਸੰਗਤ ਜੀ, ਕਾਮ ਇੱਕ ਇੱਦਾਂ ਦਾ ਹੈ, ਇੱਦਾਂ ਦਾ ਵਿਕਾਰ ਹੈ, ਜਿਹਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਲ ਹੈ, ਜਿਉਂ ਕੰਚਨ ਸੁਹਾਗਾ ਟਾਲੈ। ਕਹਿੰਦੇ ਜਿਸ ਤਰ੍ਹਾਂ ਇੱਕ ਸੁਨਿਆਰੇ ਕੋਲੇ ਜਾਈਏ ਨਾ, ਜਿਸ ਵੇਲੇ ਸੁਨਿਆਰੇ ਕੋਲੇ ਕਦੇ ਦੇਖੋ ਉਹਨੂੰ ਕੰਮ ਕਰਦੇ ਹਾਂ, ਉਹਦੇ ਕੋਲੇ ਸੋਨੇ ਦੀ ਇੱਕ ਧਾਤੂ ਹੈ, ਜਿਹਨੂੰ ਉਹਨੇ ਇੱਕ ਹਾਰਡ ਰੂਪ ਦਿੱਤਾ ਹੋਇਆ, ਇੱਕ ਗਹਿਣੇ ਦਾ ਰੂਪ ਦਿੱਤਾ ਹੋਇਆ ਹੈ। ਪਰ ਕਹਿੰਦੇ ਵੀ ਉਹ ਕੁਠਾਰੀ ਦੇ ਵਿੱਚ ਉਹਨੂੰ ਪਾਉਂਦਾ ਹੈ, ਉਹਦਾ ਆਕਾਰ ਬਦਲੀ ਕਰਨ ਵਾਸਤੇ, ਉਹਦਾ ਰੂਪ ਬਦਲੀ ਕਰਨ ਵਾਸਤੇ, ਉਹਨੂੰ ਇੱਕ ਨਵਾਂ ਰੂਪ ਦੇਣ ਵਾਸਤੇ। ਅਤੇ ਕਹਿੰਦੇ ਸੁਨਾਰ ਕੀ ਕਰਦਾ, ਉਹਦੇ ਵਿੱਚ ਇੱਕ ਧਾਤੂ ਹੈ ਜਿਹਨੂੰ ਸੁਹਾਗਾ ਕਹਿੰਦੇ ਨੇ, ਇੱਕ ਕੈਮੀਕਲ ਹੁੰਦਾ, ਖਾਰਾ ਕੈਮੀਕਲ, ਜਿਸ ਤਰ੍ਹਾਂ ਤੇਜ਼ਾਬ ਹੁੰਦਾ, ਇਸ ਤਰ੍ਹਾਂ ਦਾ ਕੈਮੀਕਲ ਹੈ। ਉਸ ਕੁਠਾਰੀ ਦੇ ਵਿੱਚ ਉਸ ਕੈਮੀਕਲ ਸੁਹਾਗੇ ਨੂੰ ਪਾ ਦਿੰਦਾ, ਅਤੇ ਉਹਦੇ ਵਿੱਚ ਸੋਨਾ ਪਾ ਦਿੰਦਾ, ਅਤੇ ਉਹਨੂੰ ਫਿਰ ਭੱਠੀ ਵਿੱਚ ਰੱਖ ਦਿੰਦਾ ਗਰਮ ਹੋਣ ਵਾਸਤੇ ਅੱਗ ਦੇ ਉੱਤੇ। ਅਤੇ ਕਹਿੰਦੇ ਉਹ ਧਾਤੂ ਜਿਸ ਵੇਲੇ ਸੁਹਾਗਾ ਉਹਦੇ ਵਿੱਚ ਪੈਂਦਾ ਨਾ, ਅਤੇ ਕਹਿੰਦੇ ਹਾਰਡ ਰੂਪ ਦੇ ਵਿੱਚ, ਜਿਹੜਾ ਸੋਨਾ ਹਾਰਡ ਰੂਪ ਦੇ ਵਿੱਚ ਸੀਗਾ, ਕਿਸੇ ਬੈਂਗਲ ਦੇ ਰੂਪ ਦੇ ਵਿੱਚ, ਕਿਸੇ ਬਰੈਸਲੇਟ ਦੇ ਰੂਪ ਵਿੱਚ, ਕਿਸੇ ਹਾਰ ਦੇ ਰੂਪ ਵਿੱਚ ਸੀ ਨਾ, ਉਹ ਆਪਣਾ ਰੂਪ ਤਬਦੀਲ ਕਰ ਦੇਵੇਗਾ, ਉਹ ਛੱਡ ਕੇ ਉਹ ਲਿਕੁਇਡ ਫਾਰਮ ਦੇ ਵਿੱਚ ਆ ਜਾਵੇਗਾ, ਉਹ ਤਰਲ ਰੂਪ ਦੇ ਵਿੱਚ ਆ ਜਾਵੇਗਾ, ਆਪਣਾ ਆਪ ਉਹ ਛੱਡ ਦੇਵੇਗਾ। ਕਿਉਂ? ਕਿਉਂਕਿ ਉਸ ਧਾਤੂ ਦੇ ਅੱਗੇ ਜਿਹੜਾ ਹੈ, ਸੁਹਾਗੇ ਦੇ ਉਹਦੇ ਅੱਗੇ ਉਹਦੀ ਕੋਈ ਪੇਸ਼ ਨਹੀਂ ਜਾਂਦੀ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਇਹ ਕਾਮ ਹੈ। ਕਾਮ ਦੇ ਨਾਲ ਕ੍ਰੋਧ ਦੀ ਵੀ ਗੱਲ ਕੀਤੀ, ਜਿੱਥੇ ਕ੍ਰੋਧ ਹੋਵੇਗਾ ਉੱਥੇ ਕਾਮ ਦਾ ਵਾਸਾ ਵੀ ਹੋਵੇਗਾ, ਜਿੱਥੇ ਕਾਮ ਹੋਵੇਗਾ ਉੱਥੇ ਕ੍ਰੋਧ ਵੀ ਹੋਵੇਗਾ, ਸੁਭਾਵਕ ਹੀ ਗੱਲ ਹੈ। ਅਤੇ ਪਾਤਸ਼ਾਹ ਕਹਿੰਦੇ
ਜਦੋਂ ਕਾਮ ਕ੍ਰੋਧ ਆਪਣਾ ਪ੍ਰਭਾਵ ਪਾਉਂਦੇ ਨੇ ਚੰਗੇ ਭਲੇ ਸਰੀਰ ਨੂੰ, ਸਤਿਗੁਰੂ ਪਾਤਸ਼ਾਹ ਕਹਿੰਦੇ ਗਾਲ ਕੇ ਰੱਖ ਦਿੰਦੇ ਨੇ। ਬਾਹਰੀ ਤੌਰ 'ਤੇ ਸਾਨੂੰ ਪਤਾ ਨਹੀਂ ਲੱਗਦਾ, ਪਰ ਅੰਦਰੂਨੀ ਤੌਰ ਦੇ ਉੱਤੇ ਮਨੁੱਖ ਦੀ ਸੋਚਣ ਸ਼ਕਤੀ, ਵਿਵੇਕ, ਬੁੱਧੀ, ਚੰਗਿਆਈ ਜਿਹੜੀ ਹੈ ਨਾ, ਉਹ ਅੰਦਰੋਂ ਗਲ ਚੁੱਕੀ ਹੈ, ਸੜ ਚੁੱਕੀ ਹੈ। ਉਹ ਤਾਂ ਸਾਧ ਸੰਗਤ ਜੀ ਉਦੋਂ ਹੀ ਪਤਾ ਲੱਗਦਾ ਜਦੋਂ ਮਨੁੱਖ ਕਾਮ ਵਾਸਨਾ ਦੇ ਵਿੱਚ, ਕ੍ਰੋਧ ਦੇ ਵਿੱਚ ਆਇਆ ਕਿਸੇ ਅਪਰਾਧ ਨੂੰ ਅੰਜਾਮ ਦੇ ਦਿੰਦਾ ਹੈ। ਫਿਰ ਉਹਨੂੰ ਉਹ ਸਜ਼ਾਵਾਂ ਭੁਗਤਣੀਆਂ ਪੈਂਦੀਆਂ ਨੇ, ਫਿਰ ਉਹ ਕੀਤਾ ਹੋਇਆ ਪਾਪ, ਫਿਰ ਉਹਦਾ ਪਛਤਾਵਾ ਲੱਗਦਾ ਵੀ ਮੈਂ ਕਿਉਂ ਕੀਤਾ। ਸਾਧ ਸੰਗਤ ਜੀ ਕਰੇ ਵੀ ਕਿਉਂ ਨਾ, ਕਿਉਂਕਿ ਕਾਮ ਦੇ ਵਿੱਚ ਗਰਸਿਆ ਹੋਇਆ ਮਨੁੱਖ, ਉਹਦੀ ਸੋਚਣ ਸ਼ਕਤੀ ਰਹਿੰਦੀ ਕੋਈ ਨਹੀਂ, ਵਿਵੇਕ ਬੁੱਧੀ ਉਹਦੇ ਕੋਲ ਰਹਿੰਦੀ ਕੋਈ ਨਹੀਂ। ਉਹਨੂੰ ਨਹੀਂ ਪਤਾ ਇਹ ਮੇਰੀ ਭੈਣ ਹੈ, ਇਹ ਮੇਰੀ ਮਾਂ ਹੈ, ਇਹ ਮੇਰੀ ਬੱਚੀ ਹੈ। ਉਹਨੂੰ ਇਸ ਗੱਲਾਂ ਦਾ ਕੋਈ ਇਲਮ ਨਹੀਂ, ਕੋਈ ਗਿਆਨ ਨਹੀਂ। ਕਿਉਂ? ਕਿਉਂਕਿ ਪਾਤਸ਼ਾਹ ਕਹਿੰਦੇ ਇਹ ਕਾਇਆ ਨੂੰ ਗਾਲ ਕੇ ਰੱਖ ਦਿੰਦਾ ਹੈ। ਤੇ ਸਾਧ ਸੰਗਤ ਜੀ ਜਿਹੜਾ ਇਹਨਾਂ ਵਿਕਾਰਾਂ ਵਿੱਚ ਗਰਸਿਆ ਹੋਵੇ ਨਾ, ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਭਰਮਾਵਣਾ, ਪਾਤਸ਼ਾਹ ਕਹਿੰਦੇ ਕਿੱਥੇ ਤੂੰ ਰਹਿੰਦਾ ਹੋਵੇਗਾ। ਕਾਮ ਦੇ ਵਿੱਚ ਗਰਸਿਆ ਹੋਇਆ ਮਨੁੱਖ ਨਰਕਾਂ ਦੇ ਵਿੱਚ ਹੀ ਰਹਿੰਦਾ ਹੈ, ਨਰਕਾਂ ਨੂੰ ਹੀ ਭੋਗਦਾ ਰਹਿੰਦਾ ਹੈ। ਇਹ ਕਾਮ ਇੱਦਾਂ ਦਾ ਨਾ ਸਾਧ ਸੰਗਤ ਜੀ ਮਨੁੱਖ ਨੂੰ ਭਟਕਾ ਭਟਕਾ ਕੇ ਪਾਤਸ਼ਾਹ ਕਹਿੰਦੇ ਬਹੁ ਜੋਨੀ ਭਰਮਾਵਣਾ, ਕਿੰਨੀਆਂ ਜੂਨੀਆਂ ਵਿੱਚ ਸਾਨੂੰ ਭਰਮਾਉਂਦਾ ਫਿਰਦਾ ਹੈ ਕਾਮ। ਮਨੁੱਖ ਕਾਮ ਦੇ ਅੜਿੱਕੇ ਚੜ੍ਹ ਗਿਆ, ਕਾਮ ਦੇ ਵੱਸ ਪੈ ਗਿਆ। ਤੇ ਸਤਿਗੁਰ ਪਾਤਸ਼ਾਹ ਫਿਰ ਸਮਝਾਉਂਦੇ ਨੇ, ਪਾਪੀ ਹੀ ਐ ਮੈਂ ਕਾਮ ਬਸਾਏ, ਮਨ ਚੰਚਲ ਜਾਂ ਤੇ ਗਹਿਓ ਨਾ ਜਾਏ। ਕਹਿੰਦੇ ਮਨ ਚੰਚਲ ਹੈ। ਹੁਣ ਸਾਧ ਸੰਗਤ ਜੀ ਮਨ ਸਾਡੇ ਸਰੀਰ ਦੇ ਵਿੱਚ ਇੱਕ ਡਰਾਈਵਰ ਦੀ ਤਰ੍ਹਾਂ ਹੈ, ਇੱਕ ਗਾਈਡ ਦੀ ਤਰ੍ਹਾਂ ਹੈ। ਮਨ ਸਾਨੂੰ ਗਾਈਡ ਕਰਦਾ, ਮਨ ਸਾਨੂੰ ਗੁਰਦੁਆਰਾ ਸਾਹਿਬ ਲੈ ਕੇ ਆਉਂਦਾ, ਮਨ ਸਾਨੂੰ ਕਾਲਜ ਯੂਨੀਵਰਸਿਟੀ ਲੈ ਕੇ ਜਾਂਦਾ ਹੈ। ਚੰਗੇ ਪਾਸੇ ਵੀ ਮਨ ਲੈ ਕੇ ਜਾਂਦਾ, ਮਾੜੇ ਪਾਸੇ ਵੀ ਮਨ ਲੈ ਕੇ ਜਾਂਦਾ। ਜਿੱਦਾਂ ਦੀ ਇਹਨੂੰ ਸੰਗਤ ਮਿਲੇ, ਜਿੱਦਾਂ ਦਾ ਇਹਨੂੰ ਭੋਜਨ ਮਿਲੇ, ਇਹ ਉਹੋ ਜਿਹੇ ਕੰਮ ਕਰਦਾ ਹੈ। ਚੰਗੀ ਸੰਗਤ ਵਿੱਚ ਬੈਠੋਗੇ ਚੰਗੇ ਪਾਸੇ ਲੈ ਕੇ ਜਾਵੇਗਾ, ਮਾੜੇ ਪਾਸੇ ਮਾੜੀ ਸੰਗਤ ਵਿੱਚ ਜਾਓਗੇ ਤੇ ਕੁਰਾਹੇ ਪਾ ਦੇਗਾ ਮਨੁੱਖ ਨੂੰ। ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਮਨ ਬੇਈਮਾਨ ਵੀ ਹੋ ਜਾਂਦਾ ਹੈ। ਗੁਰਦੁਆਰਾ ਸਾਹਿਬ ਆਉਣ ਵਾਸਤੇ ਜੀ ਨਹੀਂ ਕਰਦਾ, ਮਨ ਨਹੀਂ ਕਰਦਾ। ਇਹ ਅਨੇਕਾਂ ਰੀਜ਼ਨ ਪੈਦਾ ਕਰੇਗਾ। ਇਹ ਕਹੇਗਾ ਬਰਸਾਤ ਹੋ ਰਹੀ ਹੈ, ਮੌਸਮ ਠੀਕ ਨਹੀਂ ਹੈਗਾ। ਇਹ ਬੜੇ, ਜਿਹਨੂੰ ਕਹਿੰਦੇ ਖੁਟਹਰ, ਮਨ ਨੂੰ ਖੁਟਹਰ ਕਹਿੰਦੇ ਨੇ। ਇਹ ਬੜੇ ਰੀਜ਼ਨ ਪੈਦਾ ਕਰੇਗਾ, ਬੜੇ ਅੜਿੱਕੇ ਪਾਏਗਾ ਵੀ ਤੂੰ ਨਾ ਉਸ ਪਾਸੇ ਜਾ। ਜੇਕਰ ਮਾੜੀ ਸੰਗਤ ਦਾ ਪ੍ਰਭਾਵ ਜ਼ਿਆਦਾ ਹੋਵੇ ਨਾ ਤੇ ਫਿਰ ਇਹ ਬੰਦਸ਼ ਬਣੇਗਾ। ਜਿਸ ਤਰ੍ਹਾਂ ਕਹਿੰਦੇ ਨਾ, ਕਈ ਜਗਿਆਸੂ ਕਹਿੰਦੇ ਵੀ ਅਸੀਂ ਬਾਣੀ ਪੜ੍ਹਦੇ ਹਾਂ, ਸਾਨੂੰ ਨੀਂਦ ਆ ਜਾਂਦੀ ਹੈ। ਬਾਣੀ ਪੜ੍ਹਨ ਲੱਗਦੇ ਹਾਂ, ਨੀਂਦ ਆ ਜਾਂਦੀ ਹੈ। ਤੇ ਫਿਲਮ ਬੈਠ ਕੇ ਕਈ ਘੰਟਿਆਂ ਦੇਖੀ ਜਾਵੇ, ਨੀਂਦ ਨਹੀਂ ਆਉਂਦੀ। ਬੈਠ ਕੇ ਗੱਪਾਂ ਮਾਰੀ ਜਾਈਏ, ਚੁਗਲੀਆਂ ਕਰੀ ਜਾਈਏ, ਕਦੇ ਆਲਸੀ ਨਹੀਂ ਮਨ ਹੁੰਦਾ, ਗੱਲਾਂ ਵਿੱਚ ਮਨੁੱਖ ਲੱਗਦਾ ਹੈ। ਪਰ ਕਹਿੰਦੇ ਜੇ ਕਥਾ ਵਿਚਾਰ ਸੁਣੀਏ ਤੇ ਬੈਠਿਆ ਨਹੀਂ ਜਾਂਦਾ, ਸਰਵਣ ਨਹੀਂ ਕੀਤੀ ਜਾਂਦੀ। ਟੀਵੀ 'ਤੇ ਕਥਾ ਨਹੀਂ ਸਰਵਣ ਕਰ ਸਕਦੇ, ਮਨ ਟਿਕਦਾ ਨਹੀਂ। ਇਹਦਾ ਕਾਰਨ ਕੀ ਹੈ? ਕਿਉਂਕਿ ਸਾਧ ਸੰਗਤ ਜੀ ਮਨ ਇਤਿਆਦੀ ਹੋ ਚੁੱਕਿਆ ਹੈ ਬੁਰੀ ਸੰਗਤ ਦਾ, ਮਨ ਇਤਿਆਦੀ ਹੋ ਚੁੱਕਿਆ ਹੈ ਵਿਕਾਰਾਂ ਦਾ। ਇਹਦਾ ਆਹਾਰ ਜਿਹੜਾ ਹੈ, ਇਹਦਾ ਭੋਜਨ ਜਿਹੜਾ ਹੈ, ਚੁਗਲੀ, ਨਿੰਦਿਆ, ਦੁਆਸ਼, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਦਾ ਭੋਜਨ, ਇਹਦੀ ਖੁਰਾਕ ਬਣ ਚੁੱਕੀ ਹੈ। ਜਿਸ ਵੇਲੇ ਇਹਨੂੰ ਉਹ ਖੁਰਾਕ ਮਿਲੇਗੀ ਨਾ, ਇਹ ਬੜਾ ਖੁਸ਼ ਹੋਵੇਗਾ। ਕਈ ਘੰਟਿਆਂ ਤੱਕ ਇਹਨੂੰ ਉਸ ਚੀਜ਼ ਦੇ ਵਿੱਚ ਲਾਈ ਰੱਖੋ, ਇਹ ਕਦੇ ਆਲਸੀ ਨਹੀਂ ਬਣੇਗਾ। ਜਿਸ ਵਸਤੂ ਦੀ ਇਹਨੂੰ ਆਦਤ ਨਹੀਂ, ਜਿਸ ਖੁਰਾਕ ਨੂੰ ਇਹ ਗ੍ਰਹਿਣ ਨਹੀਂ ਕਰਦਾ, ਜਿਸ ਸੰਗਤ ਦਾ ਇਹ ਆਦੀ ਨਹੀਂ, ਉਹਦੇ ਵਿੱਚ ਕੀ ਹੋਵੇਗਾ? ਇਹ ਸੌਂਵੇਗਾ। ਕਿਉਂ? ਕਿਉਂਕਿ ਇਹ ਇਸ ਚੀਜ਼ ਦਾ ਆਦੀ ਨਹੀਂ ਹੋਇਆ ਹਾਲੇ। ਉਹਦੇ ਵਿੱਚ ਸੌਂ ਜਾਵੇਗਾ, ਉਹਦੇ ਵਿੱਚ ਨੀਂਦ ਆ ਜਾਵੇਗੀ, ਮਨ ਟਿਕਦਾ ਨਹੀਂ, ਕਿਉਂਕਿ ਮਨ ਦੀ ਉਹ ਖੁਰਾਕ ਨਹੀਂ ਬਣੀ। ਇਸੇ ਕਰਕੇ ਸਿਆਣੇ ਵਿਦਵਾਨ ਕਹਿੰਦੇ ਨੇ, ਗੁਰੂ ਪਾਤਸ਼ਾਹ ਵੀ ਸਮਝਾਉਂਦੇ ਨੇ ਵੀ ਮਨ ਨੂੰ ਹਮੇਸ਼ਾ ਜਿਹੜਾ ਨਾ ਚੰਗੀ ਸੰਗਤ ਦੇ ਵਿੱਚ ਲੈ ਕੇ ਜਾਵੋ, ਚੰਗੇ ਲੋਕਾਂ ਵਿੱਚ ਬੈਠਣਾ ਉੱਠਣਾ ਬੈਠਣਾ ਕਰੋ। ਇਹਦੀ ਖੁਰਾਕ ਚੰਗੀ ਹੋਵੇ, ਇਹਦਾ ਭੋਜਨ ਚੰਗਾ ਹੋਵੇ, ਇਹ ਚੰਗੀਆਂ ਚੀਜ਼ਾਂ ਦਾ ਆਦੀ ਬਣੇ, ਚੰਗੇ ਪਾਸੇ ਲੈ ਕੇ ਜਾਵੋ। ਜਿੱਥੇ ਸਤਿਗੁਰੂ ਪਾਤਸ਼ਾਹ ਸਮਝਾਉਂਦੇ, ਕਹਿੰਦੇ ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਖੁਟਹਰ ਕਹਿੰਦੇ ਨੇ ਖੋਟੇ ਨੂੰ,
ਪਾਤਸ਼ਾਹ ਨੇ ਮਨ ਨੂੰ ਕਿਹਾ ਹੈ ਮਨਾ ਖੋਟਿਆ, ਤੇਰਾ ਵਿਸ਼ਵਾਸ ਨਹੀਂ, ਤੇਰਾ ਕਦੇ ਯਕੀਨ ਨਹੀਂ ਕੀਤਾ ਜਾ ਸਕਦਾ, ਤੂੰ ਇਤਵਾਰੀ ਨਹੀਂ ਹੈਗਾ। ਜੇ ਮਨ ਦੇ ਉੱਤੇ ਵਿਸ਼ਵਾਸ ਕਰ ਲਈਏ ਨਾ, ਤੇਰਾ ਭਾਈ ਭਲਿਆ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਤੂੰ ਮਹਾ ਉਦਮਾਦਾ। ਉਦਮਾਦਾ ਕਹਿੰਦੇ ਨੇ ਸ਼ਰਾਰਤੀ ਨੂੰ। ਕਹਿੰਦੇ ਮਨ, ਇੱਥੇ ਪਾਤਸ਼ਾਹ ਨੇ ਚੰਚਲ ਬਿਰਤੀ ਦੀ ਗੱਲ ਕੀਤੀ ਨਾ, ਕਹਿੰਦੇ ਮਨਾ ਤੂੰ ਬੜਾ ਸ਼ਰਾਰਤੀ ਹੈ, ਬੜਾ ਚੰਚਲ ਹੈ, ਤੇਰਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਹੁਣ ਪਾਤਸ਼ਾਹ ਅੱਗੇ ਉਦਾਹਰਣ ਲੈਂਦੇ ਨੇ ਗਧੇ ਦੀ। ਖਰ ਸ਼ਬਦ ਵਰਤਦੇ ਨੇ। ਹੁਣ ਸਮਝਾਉਣ ਵਾਸਤੇ ਲੋਕੀ ਕਈ ਵਾਰ ਗਧੇ ਦੀ ਕਿਸੇ ਨਾਲ ਤੁਲਨਾ ਕਰਦੇ, ਉਹਨੂੰ ਕਹਿੰਦੇ ਵੀ ਤੂੰ ਵੀ ਗਧੇ ਦੇ ਵਾਂਗ ਖੋਟਾ ਹੀ ਹੈ, ਗਧਾ ਵੀ ਕਿਸੇ ਕੰਮ ਨਹੀਂ ਆਉਂਦਾ, ਤੂੰ ਵੀ ਕਿਸੇ ਕੰਮ ਨਹੀਂ ਆਉਂਦਾ। ਗਧੇ ਨਾਲ ਤੁਲਨਾ ਕਿਸੇ ਮਨੁੱਖ ਦੀ ਕਰ ਦਿੰਦੇ ਨੇ। ਤੇ ਪਾਤਸ਼ਾਹ ਕਹਿੰਦੇ ਖਰ ਕਾ ਪੈਖਰ ਤਉ ਛੁਟੈ ਜੋ ਉੱਪਰ ਲਾਦਾ। ਕਹਿੰਦੇ ਸਿਆਣੇ ਬੰਦੇ ਪਤਾ ਕੀ ਕਰਦੇ, ਗਧੇ ਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ, ਕਿਉਂਕਿ ਗਧਾ ਨਾ ਕਦੇ ਕਿਸੇ ਦੀ ਸੁਣਦਾ ਨਹੀਂ, ਕਿਉਂਕਿ ਇੱਕ ਤਾਂ ਉਹਦੇ ਕੋਲ ਵਿਵੇਕ ਬੁੱਧੀ ਨਹੀਂ। ਵੱਡੇ ਵੱਡੇ ਹਾਥੀ ਕਾਬੂ ਕੀਤੇ ਜਾਂਦੇ ਨੇ, ਲੋਕੀ ਗਧੇ ਨੂੰ ਵੀ ਕਾਬੂ ਕਰ ਲੈਂਦੇ ਨੇ, ਪਰ ਕਾਬੂ ਕਰਨ ਦਾ ਤਰੀਕਾ ਹੈ, ਉਹ ਤਰੀਕਾ ਹੋਣਾ ਚਾਹੀਦਾ ਸਾਡੇ ਕੋਲ। ਤੇ ਕਹਿੰਦੇ ਗਧਾ ਜਿਹੜਾ ਨਾ, ਉਹਨੂੰ ਮਾਰੋ ਕੁੱਟੋ, ਪਰ ਉਹ ਆਪਣੀ ਇੱਕ ਚਾਲ ਦੇ ਉੱਤੇ, ਇੱਕ ਰਫਤਾਰ ਦੇ ਉੱਤੇ ਚੱਲੇਗਾ, ਆਪਣੀ ਚਾਲ ਤਬਦੀਲ ਨਹੀਂ ਕਰਦਾ। ਉਹ ਕਹਿੰਦੇ ਵੀ ਇਸੇ ਕਰਕੇ ਕਈ ਵਾਰ ਤੁਸੀਂ ਸੁਣਿਆ ਹੋਵੇਗਾ, ਕਹਿੰਦੇ ਵੀ ਟ੍ਰੇਨ ਰੇਲ ਗੱਡੀ ਜੋ ਅੱਗੋਂ ਆਉਂਦੀ ਹੋਵੇ ਨਾ, ਅੱਗੋਂ ਦੀ ਗਧਾ ਆ ਜਾਵੇ, ਗਧਾ ਕਦੇ ਆਪਣਾ ਰਸਤਾ ਬਦਲੀ ਨਹੀਂ ਕਰਦਾ ਟ੍ਰੇਨ ਨੂੰ ਵੇਖ ਕੇ, ਰੇਲ ਗੱਡੀ ਨੂੰ ਵੇਖ ਕੇ। ਇੱਥੇ ਤੱਕ ਸੜਕ ਦੇ ਵਿੱਚ ਜੇਕਰ ਗਧੇ ਨਾਲ ਐਕਸੀਡੈਂਟ ਹੋ ਜਾਵੇ ਨਾ, ਤੇ ਮਨੁੱਖ ਜਿਸ ਬੰਦੇ ਦਾ ਗਧਾ ਨਾ, ਉਹਦੇ ਉੱਤੇ ਕਲੇਮ ਨਹੀਂ ਕਰ ਸਕਦਾ, ਉਹ ਉਲਟਾ ਕੇਸ ਬੰਦੇ ਉੱਤੇ ਪਏਗਾ। ਕਿਉਂ? ਕਿਉਂਕਿ ਜਿਹੜਾ ਹੈ ਹੀ ਗਧਾ, ਕਿਸੇ ਦੇ ਵਾਸਤੇ ਸ਼ਬਦ ਵਰਤੇ ਵੀ ਤੂੰ ਤੇ ਗਧਾ ਹੈ। ਜਿਹੜਾ ਸਾਧ ਸੰਗਤ ਜੀ ਹੋਵੇ ਗਧਾ, ਉਹਦੇ ਉੱਤੇ ਕਲੇਮ ਕੀ ਕਰੋਗੇ, ਉਹਨੂੰ ਲਾਮਾ ਕੀ ਦੋਗੇ? ਉਹ ਕਹਿੰਦਾ ਮੈਂ ਤੇ ਹੈ ਹੀ ਗਧਾ, ਕਿਉਂਕਿ ਮੇਰੇ ਕੋਲ ਵਿਵੇਕ ਬੁੱਧੀ ਨਹੀਂ, ਸੋਚਣ ਸ਼ਮਤੀ ਨਹੀਂ। ਤੇ ਕਹਿੰਦੇ ਵੀ ਗਧੇ ਨੂੰ ਕਾਬੂ ਕਰਨ ਦਾ ਤਰੀਕਾ ਕੀ ਹੈ? ਕਹਿੰਦੇ ਆਮ ਤੁਸੀਂ ਦੇਖਿਆ ਹੋਵੇਗਾ, ਆਮ ਜਿੱਥੇ ਇੱਟਾਂ ਬਣਦੀਆਂ ਨੇ, ਬ੍ਰਿਕਸ, ਜਿੱਥੇ ਇੱਟਾਂ ਨਾ ਅਸੀਂ ਦੀਵਾਲਾਂ ਖੜੀਆਂ ਕਰਦੇ ਹਾਂ, ਇਮਾਰਤਾਂ ਬਣਾਉਂਦੇ, ਉਹਦੇ ਵਾਸਤੇ ਉਹ ਇੱਟਾਂ ਬਣਾਉਂਦੇ ਨੇ। ਤੇ ਉਹ ਘੁਮਿਆਰ ਲੋਕ ਜਿਹੜੇ ਨੇ, ਉਹਨਾਂ ਕੋਲ ਗਧਾ ਹੁੰਦਾ ਹੈ, ਜਾਂ ਜਿੱਥੇ ਇੱਟਾਂ ਬਣਦੀਆਂ ਨੇ, ਉਹ ਬ੍ਰਿਕਸ ਬਣਦੀਆਂ ਨੇ, ਉਹਨਾਂ ਕੋਲ ਗਧੇ ਹੁੰਦੇ ਨੇ। ਉਹ ਗਧੇ ਦੇ ਉੱਤੇ ਭਾਰ ਪਾਉਂਦੇ, ਵਜਨ ਲੱਦਦੇ। ਜਾਂ ਪਹਾੜੀ ਇਲਾਕਿਆਂ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਉਹ ਪਹਾੜੀ ਰਸਤਿਆਂ ਵਿੱਚ ਉਹ ਗਧੇ ਚੱਲਦੇ ਨੇ। ਤੇ ਉਹ ਕੀ ਕਰਦੇ ਨੇ, ਜਿਸ ਵੇਲੇ ਗਧੇ ਦੇ ਉੱਪਰ ਕੋਈ ਵਜਨ ਲੱਦਣਾ ਹੋਵੇ ਨਾ, ਗਧੇ ਨੂੰ ਉੱਦਾਂ ਰੋਕਣਾ ਮੁਸ਼ਕਲ ਹੁੰਦਾ ਹੈ, ਰੋਕਿਆ ਨਹੀਂ ਜਾਂਦਾ। ਉਹ ਕਹਿੰਦੇ ਵੀ ਗਧੇ ਨੂੰ ਜਿਸ ਵੇਲੇ ਗਧੇ ਉੱਤੇ ਵਜਨ ਲੱਦਣਾ ਹੋਵੇ ਨਾ, ਉਸ ਤੋਂ ਪਹਿਲਾਂ ਉਹਦੇ ਪੈਰਾਂ ਦੇ ਵਿੱਚ ਇੱਕ ਰੱਸੀ ਪਾਈ ਜਾਂਦੀ, ਉਹਨੂੰ ਕਹਿੰਦੇ ਨੇ ਪੈਖਰ। ਉਹਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਪੈਖਰ। ਪੈਖਰ ਸ਼ਬਦ ਇੱਕ ਸੰਗਲੀ ਦੀ ਤਰ੍ਹਾਂ ਹੁੰਦਾ ਹੈ, ਉਹ ਉਹਦੇ ਪੈਰ ਨੂੰ ਪਾਇਆ ਜਾਂਦਾ ਹੈ। ਪੈਰ ਨੂੰ ਪਾ ਕੇ ਉਹਦੇ ਦੋਨੋਂ ਪੈਰਾਂ ਨੂੰ ਬੰਨ੍ਹਿਆ ਜਾਂਦਾ, ਜਾਂ ਉਹਦੇ ਪੈਰ ਨੂੰ ਪਾ ਕੇ ਕਿਸੇ ਕਿੱਲੇ ਦੇ ਨਾਲ, ਕਿਸੇ ਕੁੰਡੀ ਦੇ ਨਾਲ ਉਹਨੂੰ ਬੰਨ੍ਹ ਦਿੱਤਾ ਜਾਂਦਾ। ਫਿਰ ਉਹਦੇ ਉੱਪਰ ਵਜਨ ਲੱਦਿਆ ਜਾਂਦਾ, ਇੱਟਾਂ ਸਮਾਨ ਕੁਝ ਵੀ ਵਜਨ ਲੱਦ ਕੇ, ਜਿਸ ਵੇਲੇ ਵਜਨ ਲੱਦਿਆ ਗਿਆ, ਪੂਰੀ ਤਿਆਰੀ ਹੋ ਗਈ, ਹੁਣ ਉਹਦੇ ਪੈਰਾਂ ਦੇ ਵਿੱਚੋਂ ਉਹ ਰੱਸੀ ਪੈਖਰ ਜਿਹੜਾ ਨਾ, ਉਹ ਖੋਲ੍ਹਿਆ ਜਾਵੇਗਾ, ਤੇ ਫਿਰ ਗਧਾ ਆਪਣੀ ਮੰਜ਼ਿਲ ਵੱਲ ਵਧਣਾ ਸ਼ੁਰੂ ਹੋ ਜਾਵੇਗਾ। ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਗਧੇ ਨੂੰ ਕਾਬੂ ਕਰਨ ਦੇ ਲਈ, ਕੰਟਰੋਲ ਕਰਨ ਦੇ ਲਈ, ਰੋਕਣ ਦੇ ਲਈ ਉਹਦੇ ਪੈਰਾਂ ਦੇ ਵਿੱਚ ਬੇੜੀਆਂ, ਉਹ ਰੱਸੀ ਪਾਈ ਜਾਂਦੀ ਹੈ, ਉਹ ਤਾਂ ਰੁਕਦਾ ਹੈ, ਉਹਦੇ ਉੱਤੇ ਵਜਨ ਲੱਦਿਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਸਾਡਾ ਮਨ ਹੈ, ਮਨ ਨੂੰ ਕਾਬੂ ਕਰਨਾ ਮੁਸ਼ਕਿਲ ਹੈ। ਜੇਕਰ ਇਹਨੂੰ ਪੈਖਰ, ਇਹਨੂੰ ਰੱਸੀ ਨਹੀਂ ਪਾਓਗੇ ਤੇ ਮਨ ਗਧੇ ਵਾਂਗੂ ਭੱਜੇਗਾ। ਇਹਦੇ ਉੱਤੇ ਵਜਨ ਪਾਉਣਾ ਪਵੇਗਾ, ਇਹਨੂੰ ਰੱਸੀ ਪਾਉਣੀ ਪਵੇਗੀ। ਕਿਹੜੀ ਰੱਸੀ? ਗਿਆਨ ਦੀ। ਇਹਨੂੰ ਗਿਆਨ ਦੀ ਰੱਸੀ ਦੇ ਨਾਲ ਬੰਨ੍ਹ ਕੇ ਰੱਖਣਾ ਪਵੇਗਾ, ਜਿਹਨੂੰ ਪਾਤਸ਼ਾਹ ਕਹਿੰਦੇ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਵੀ ਮਨ ਨੂੰ ਕਾਬੂ ਕਰਨ ਵਾਸਤੇ ਇਹਨੂੰ ਗਿਆਨ ਦੀ ਰੱਸੀ ਦੇ ਨਾਲ ਕਾਬੂ ਕਰਨਾ ਪਵੇਗਾ, ਮਨ ਨੂੰ, ਮਨ ਕੰਟਰੋਲ ਵਿੱਚ ਫਿਰ ਆਵੇਗਾ। ਤੇ ਪਾਤਸ਼ਾਹ ਇੱਥੇ ਫਿਰ ਸਮਝਾਉਂਦੇ ਨੇ, ਕਹਿੰਦੇ ਮਨ ਚੰਚਲ ਜਾਂ ਤੇ ਗਹਿਓ ਨਾ ਜਾਏ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਮਨ ਚੰਚਲ ਹੋਣ ਦੇ ਕਾਰਨ ਨਾ ਕਾਮ ਵਾਸਨਾਵਾਂ ਦੇ ਵਿੱਚ ਗ੍ਰਸਿਆ ਗਿਆ, ਮਨ ਦੇ ਵਿੱਚ ਆ ਕੇ ਕਾਮ ਨੇ ਵਾਸਾ ਕਰ ਲਿਆ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਜਿਸ ਵੇਲੇ ਆਪਣੀਆਂ ਉਦਾਸੀਆਂ ਕਰਦੇ ਨੇ,
ਤੇ ਸਤਿਗੁਰ ਪਾਤਸ਼ਾਹ ਉਦਾਸੀਆਂ ਕਰਦੇ ਨਾ ਹਿੰਦੁਸਤਾਨ ਦੇ ਉਹ ਅਖੀਰੀ ਪੜਾਅ ਸੰਗਲਾ ਦੀਪ ਦੇ ਵਿੱਚ ਪਹੁੰਚਦੇ ਨੇ। ਸੰਗਲਾ ਦੀਪ ਇੱਕ ਟਾਪੂ ਸੀ, ਅੱਜ ਦੇ ਸਮੇਂ ਵਿੱਚ ਅਸੀਂ ਉਹਨੂੰ ਲੰਕਾ ਕਹਿੰਦੇ, ਸ਼੍ਰੀ ਲੰਕਾ ਉਹਦੇ ਵਾਸਤੇ ਸ਼ਬਦ ਵਰਤਿਆ, ਪੁਰਾਤਨ ਸ਼ਬਦ ਉਹਦੇ ਵਾਸਤੇ ਵਰਤਿਆ ਗਿਆ ਉਸ ਵੇਲੇ ਸੰਗਲਾ ਦੀਪ। ਤੇ ਸੰਗਲਾ ਦੀਪ ਦਾ ਇੱਕ ਰਾਜਾ ਸੀ ਜਿਹਦਾ ਨਾਮ ਸੀ ਸ਼ਿਵਨਾਵ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਨਾ ਇੱਕ ਸਿੱਖ ਹੋਇਆ ਭਾਈ ਮਨਸੁਖ। ਮਨਸੁਖ ਜਿਹੜਾ ਸੀ ਨਾ ਗੁਰੂ ਨਾਨਕ ਪਾਤਸ਼ਾਹ ਦਾ ਬੜਾ ਸ਼ਾਗਿਰਦ, ਬੜਾ ਸ਼ਰਧਾਲੂ ਪ੍ਰੇਮੀ ਸੀ। ਉਹ ਜਿਸ ਵੇਲੇ ਪ੍ਰਚਾਰ ਕਰਦਾ ਹੋਇਆ ਸੰਗਲਾ ਦੀਪ ਪਹੁੰਚਿਆ ਨਾ, ਉਹਨੇ ਜਾ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਕੀਰਤੀ, ਉਹਨਾਂ ਦਾ ਜਸ ਵਡਿਆਈ ਉਸ ਰਾਜੇ ਨੂੰ ਸੁਣਾਈ। ਉਹਨਾਂ ਮਿੱਤਰਤਾ ਸੀ, ਉਹਨੂੰ ਦੱਸਿਆ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਦਾ ਕਰਤਾਰਪੁਰ ਨਗਰ ਵਸਾਇਆ ਹੋਇਆ ਹੈ, ਨਨਕਾਣਾ ਸਾਹਿਬ ਦੀ ਧਰਤੀ 'ਤੇ ਉਹਨਾਂ ਦਾ ਜਨਮ ਹੋਇਆ। ਉਹਨੇ ਸਾਰਾ ਕੁਝ ਦੱਸਿਆ ਵੀ ਉਹ ਦੁਨੀਆ ਨੂੰ ਕਿਸ ਤਰ੍ਹਾਂ ਦੇ ਨਾਲ ਗਿਆਨ ਦੇ ਨਾਲ ਤਾਰਦੇ ਨੇ, ਦੁਨੀਆ ਦਾ ਭਲਾ ਕਰਦੇ ਨੇ। ਰਾਜਾ ਸ਼ਿਵਨਾਭ ਨੇ ਜਿਸ ਵੇਲੇ ਇਹ ਗੱਲਾਂ ਸੁਣੀਆਂ ਨਾ, ਸੁਣ ਕੇ ਬੜਾ ਹੈਰਾਨ ਹੋਇਆ ਤੇ ਕਿਹਾ ਭਾਈ ਮਨਸੁਖ ਨੂੰ ਵੀ ਕਦੇ ਇੱਦਾਂ ਦੇ ਗੁਰੂ, ਇੱਦਾਂ ਦੇ ਰਹਿਬਰ ਦੇ ਨਾਲ ਮੇਰਾ ਮਿਲਾਪ ਕਰਾਓ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ। ਕਹਿੰਦਾ ਮੈਂ ਬੇਨਤੀ ਕਰਾਂਗਾ, ਸਤਿਗੁਰ ਪਾਤਸ਼ਾਹ ਜਿਸ ਵੇਲੇ ਇੱਧਰ ਆਉਣਗੇ ਤੁਹਾਨੂੰ ਮਿਲਣਗੇ। ਕਹਿੰਦੇ ਠੀਕ ਹੈ। ਬੜੇ ਸਮਾਂ ਤੋਂ ਉਡੀਕ ਕੀਤੀ ਤੇ ਬੇਨਤੀ ਕੀਤੀ, ਸਤਿਗੁਰ ਪਾਤਸ਼ਾਹ ਕਦੇ ਸੰਗਲਾ ਦੀਪ ਦੇ ਵਿੱਚ ਆ ਕੇ ਮੈਨੂੰ ਦਰਸ਼ਨ ਦਿਓ। ਅੱਜ ਪਤਾ ਲੱਗਿਆ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਆ ਰਹੇ ਨੇ। ਤੇ ਸਾਧ ਸੰਗਤ ਜੀ, ਦੁਨੀਆ ਦੇ ਵਿੱਚ ਨਾ ਜਿੱਥੇ ਚੰਗੇ ਬੰਦੇ ਨੇ, ਚੰਗੇ ਸਾਧੂ ਨੇ, ਉਹਨਾਂ ਦੇ ਵਿੱਚ ਕਈ ਪਖੰਡੀ ਵੀ ਤੁਰੇ ਫਿਰਦੇ ਨੇ, ਕਈ ਪਖੰਡੀ ਵੀ ਤੁਰੇ ਫਿਰਦੇ ਨੇ। ਸਾਧੂ ਨਹੀਂ ਪਰ ਆਪਣੇ ਆਪ ਨੂੰ ਸਾਧੂ ਦੱਸਦੇ ਨੇ। ਤੇ ਰਾਜਾ ਸ਼ਿਵਨਾਭ ਨੇ ਸੋਚਿਆ, ਕਹਿੰਦਾ ਵੀ ਮੈਂ ਤੇ ਵਡਿਆਈ ਸੁਣੀ ਆ ਗੁਰੂ ਨਾਨਕ ਦੇਵ ਪਾਤਸ਼ਾਹ ਦੀ, ਪਰ ਜਿਹੜੇ ਅੱਜ ਮੈਨੂੰ ਮਿਲਣ ਵਾਸਤੇ ਆ ਰਹੇ ਨੇ, ਦਰਸ਼ਨ ਦੇਣ ਵਾਸਤੇ ਆ ਰਹੇ ਨੇ, ਕੀ ਪਤਾ ਇਹ ਗੁਰੂ ਨਾਨਕ ਦੇਵ ਹੈਗੇ ਵੀ ਕਿ ਨਹੀਂ, ਜਾਂ ਕੋਈ ਪਖੰਡੀ ਨਹੀਂ ਆ ਰਿਹਾ, ਕੋਈ ਢੋਂਗੀ ਤੇ ਨਹੀਂ ਆ ਰਿਹਾ। ਕਹਿੰਦਾ ਵੀ ਇਹਨਾਂ ਦੀ ਪਰਖ ਕਰ ਲਈ ਜਾਵੇ, ਇੱਕ ਵਾਰੀ ਪਰਖ ਕਰ ਲਈਏ ਵੀ ਜਿਸ ਗੁਰੂ ਨੂੰ ਅਸੀਂ, ਜਿਸ ਰਹਿਬਰ ਨੂੰ ਮਿਲਣਾ ਹੈ ਉਹ ਪੂਰਾ ਤੇ ਮੁਕੰਮਲ ਹੈ, ਅਸਲ ਦੇ ਵਿੱਚ ਉਹ ਗੁਰੂ ਹੈ। ਕਹਿੰਦੇ ਪਰਖ ਕਰੀ ਜਾਵੇ। ਕਹਿੰਦੇ ਜਿਸ ਵੇਲੇ ਉਹਨੇ ਪਰਖ ਕਰਨ ਵਾਸਤੇ ਪਤਾ ਕੀ ਕੀਤਾ, ਕੁਛ ਚਰਿੱਤਰਹੀਣ ਵੇਸ਼ਵਾ ਔਰਤਾਂ ਨੂੰ ਸੱਦਿਆ ਗਿਆ, ਜਿਹੜੇ ਰੰਗ ਰੂਪ ਤੋਂ ਬੜੀਆਂ ਸੁੰਦਰ ਦਿਖਦੀਆਂ ਸਨ, ਬੜਾ ਉਹਨਾਂ ਦੇ ਉੱਪਰ ਜੋਬਨ, ਬੜੀ ਜਵਾਨੀ, ਬੜੇ ਸੁੰਦਰ ਉਹਨਾਂ ਨੇ ਕੱਪੜੇ ਪਾਏ, ਹਾਰ ਸ਼ਿੰਗਾਰ ਕੀਤਾ, ਬੜੀਆਂ ਸੁੰਦਰ ਨਜ਼ਰ ਆਉਂਦੀਆਂ ਨੇ। ਪਰ ਉਹ ਇਸਤਰੀਆਂ ਕਰੈਕਟਰਲੈਸ, ਉਹਨਾਂ ਵਾਸਤੇ ਮੈਂ ਸ਼ਬਦ ਵਰਤਾ ਕਰੈਕਟਰਲੈਸ, ਉਹ ਇਸਤਰੀਆਂ ਸਨ ਜਿਨ੍ਹਾਂ ਨੂੰ ਉਹ ਰਾਜਾ ਸ਼ਿਵਨਾਭ ਨੇ ਸੱਦਿਆ। ਤੇ ਸਮਾਜ ਦੇ ਵਿੱਚ ਉਹਨਾਂ ਦੇ ਵਾਸਤੇ ਸਾਧ ਸੰਗਤ ਜੀ ਇੱਕ ਸ਼ਬਦ ਬੇਸ਼ਵਾ ਸ਼ਬਦ ਵੀ ਵਰਤਿਆ ਜਾਂਦਾ ਹੈ। ਤੇ ਕਹਿੰਦੇ ਵੀ ਉਹਨਾਂ ਇਸਤਰੀਆਂ ਨੂੰ ਸੱਦ ਕੇ ਨਾ, ਸੁੰਦਰ ਇਸਤਰੀਆਂ ਨੂੰ, ਉਹਨਾਂ ਦਾ ਇੱਕ ਟੋਲਾ ਬਣਾ ਕੇ ਤੇ ਉਹਨੂੰ ਖੜਾ ਕਰ ਦਿੱਤਾ ਗਿਆ। ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਆਏ, ਉਹ ਇਸਤਰੀਆਂ ਸਭ ਤੋਂ ਪਹਿਲਾਂ ਰਾਜੇ ਦੇ ਦਰਬਾਰ ਦੇ ਬਾਹਰ ਖੜੀਆਂ ਸਵਾਗਤ ਕਰਨ ਵਾਸਤੇ। ਉਹਨਾਂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਵਾਗਤ ਕੀਤਾ। ਸਵਾਗਤ ਕਰਕੇ ਤੇ ਉਹਨਾਂ ਪਤਾ ਕੀ ਸ਼ੁਰੂ ਕੀਤਾ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਉੱਤੇ ਨਾ ਆਪਣੇ ਚਰਿੱਤਰਾਂ ਦੇ, ਵੱਖ-ਵੱਖ ਚਰਿੱਤਰਾਂ ਦੇ ਉਹਨਾਂ ਨੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ। ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਆਪਣੇ ਹੁਸਨ ਦੇ ਵਿੱਚ, ਆਪਣੇ ਰੰਗ ਰੂਪ, ਜਵਾਨੀ ਵਿੱਚ ਭਰਮਾਉਣ ਦਾ ਯਤਨ ਕੀਤਾ ਵੀ ਸ਼ਾਇਦ ਗੁਰੂ ਨਾਨਕ ਦੇਵ ਪਾਤਸ਼ਾਹ ਉਹਨਾਂ ਦੇ ਬਹਿਕਾਵੇ ਦੇ ਵਿੱਚ ਆ ਜਾਣਗੇ। ਤੇ ਰਾਜਾ ਪਿੱਛੇ ਬੈਠਾ ਦੇਖ ਰਿਹਾ ਸੀ ਇਹ ਸਾਰਾ ਕੁਛ। ਤੇ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜਿਸ ਵੇਲੇ ਨਾ ਉਹਨਾਂ ਇਸਤਰੀਆਂ ਦੇ ਉੱਪਰ ਨਜ਼ਰ ਪੈਂਦੀ ਹੈ, ਜਿਹੜੀਆਂ ਰੰਗ ਰੂਪ ਤੋਂ ਬੜੀਆਂ ਸੁੰਦਰ ਨਜ਼ਰ ਆਉਂਦੀਆਂ ਨੇ, ਪਾਤਸ਼ਾਹ ਜੀ ਉਹਨਾਂ ਨੂੰ ਦੇਖਦੇ ਨੇ। ਤੇ ਸਿੱਖੀ ਦਾ ਸਿਧਾਂਤ ਪਤਾ ਕੀ ਹੈ, ਭਾਈ ਗੁਰਦਾਸ ਜੀ ਕਹਿੰਦੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਸਿਧਾਂਤ ਹੈ ਵੀ ਜਦੋਂ ਕੋਈ ਪਰਾਈ ਅੱਗੇ ਨਜ਼ਰ ਆਉਂਦੀ ਹੈ ਨਾ, ਉਹ ਸਾਡੀ ਮਾਂ ਸਮਾਨ ਹੈ, ਸਾਡੀ ਭੈਣ ਸਮਾਨ ਹੈ, ਸਾਡੀ ਧੀ ਸਮਾਨ ਹੁੰਦੀ ਹੈ। ਤੇ ਇਹਨਾਂ ਗੱਲਾਂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਬਿਹਤਰ ਕੌਣ ਜਾਣ ਸਕਦਾ ਹੈ। ਤੇ ਕਹਿੰਦੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜਿਸ ਵੇਲੇ ਉਹਨਾਂ ਤੇ ਨਜ਼ਰ ਪਈ ਨਾ, ਸਤਿਗੁਰੂ ਪਾਤਸ਼ਾਹ ਜਾਣੀ ਜਾਣ। ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਸ਼ਬਦ ਵਰਤੇ। ਉਹਨਾਂ ਨੇ ਸਤਿਗੁਰੂ ਪਾਤਸ਼ਾਹ ਦੇ ਉੱਤੇ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਕੌਤਕ ਰਚ ਕੇ ਡੋਰੇ ਪਾਉਣ ਦੀ ਕੋਸ਼ਿਸ਼ ਕੀਤੀ, ਗੁਰੂ ਪਾਤਸ਼ਾਹ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਪਰ ਪਾਤਸ਼ਾਹ ਪਤਾ ਕੀ ਕਹਿੰਦੇ, ਗੁਰਬਾਣੀ ਵਿੱਚ ਇਹ ਸ਼ਬਦ ਦਰਜ ਕੀਤੇ। ਪਾਤਸ਼ਾਹ ਕਹਿੰਦੇ, ਗਾਛੋ ਪੁੱਤਰੀ ਰਾਜਕੁਮਾਰ। ਹੁਣ ਸਾਧ ਸੰਗਤ ਜੀ, ਕਹਿੰਦੇ ਕਿਸੇ ਇਲਾਕੇ ਦੇ ਵਿੱਚ, ਕਿਸੇ ਸੁਸਾਇਟੀ 'ਚ, ਕਿਸੇ ਸਮਾਜ ਵਿੱਚ ਕੋਈ ਚਰਿੱਤਰਹੀਣ ਇਸਤਰੀ ਰਹਿੰਦੀ ਹੋਵੇ ਨਾ,
कोई बेसवा होवे, बेसवा शब्द वरतना नहीं चाहिए, माफ़ करना मैं गुरु की हजूरी में इहो ਜਿਹੇ अल्फाज वरत रहा। तो कहते कोई चरित्रहीन इस्त्री रहिंदी होवे, कोई माड़े किरदार का कोई बंदा भी होवे, तो कहते ਉਹਦਾ कोई रिश्तेदार नहीं बनता, ਉਹਨੂੰ कोई अपना भरा नहीं कहता, ਉਹਦੇ ਨਾਲ कोई खड़दा नहीं। क्यों? क्योंकि जेकर लोगों ने देख लिया ना इहो ਜਿਹੇ बंदे कोल खड़ा तो तुहमतां लाउणगे लोकी, मैनू भी लोग कहणगे भी ਇਹਦਾ किरदार गंदा है। तो साध संगत जी उन्हां इस्त्रियां नूं जिस वेले देखिया ना जिहड़ियां अपने किरदार करैक्टर तो डिगियां होईयां सन, पातशाह ने उन्हां वास्ते शब्द वरतिया, गाछो पुत्री राजकुमार। गुरु नानक देव पातशाह उन्होंने पुत्री कह के संबोधन करते हैं। गाछो का आखिरी अर्थ होंदा चले जाओ। पातशाह कहते हे गाछो पुत्री इथों चले जाओ। राजकुमार, राजकुमार का मतलब होंदा राजकुमारियां। हे सुंदर राजकुमारियां तुसी इथों चले जाओ। पातशाह कहते किन्हां कम्मां दे विच लग के अपनी जिंदगी बर्बाद करन लगियां हो। पातशाह कहते नाम पढ़ो सच दोत सवार। उस परमात्मा उस कादर की बंदगी करिया करो। जेकर उस परमात्मा की बंदगी करिए ना तो वह साडा जीवन सवार दिंदा है। इदां दे अल्फाज इदां दे शब्द गुरु नानक पातशाह ने वरते, उन्होंने बेटियां कह के संबोधन किया, राजकुमारियां क्या ना। तो कहते वो माड़े किरदार दियां इस्त्रियां ना सतगुरु पातशाह के अगे हथ जोड़ के ते पैरों में ढह पईयां, कहन लगियां सानू नहीं सी पता भी जिस दे नाल असी बदसलूकी करन लगियां ना वो एडे तकड़े किरदार दा मालक है, इन्ना उच्चा ते सुच्चा है, सानू नहीं सी पता। सतगुरु सानू माफ़ करो, सानू भी ज्ञान बख्शिश करो ते अपनी शरण दे विच लै लो। तो राजा शिवनाभ आके गुरु नानक पातशाह के चरणों के ढह पैरी हो गया भी सतगुरु पातशाह मैं तो एक गुरु की परख करन दी सोची सीगी, पर मैनू नहीं सी पता भी जिस गुरु की मैं कीर्ति सुनी जस सुनिया वो एडा मुकम्मल ते वड्डा गुरु है। तो सतगुरु पातशाह फिर ये सानू समझाउण दा यतन करते हैं भी काम क्रोध इत्यादि विकारां तो ना जेकर गुरु कृपा करे तो सानू इन्हां तो बचा लैंदा है। यह जग है, माफ़ करना, पातशाह बचन करते अगे कहते जोगी जंगम अर सन्यास। कहते भी जोगी, जोगियां दा वो गुट जड़े जोग धारण करते हैं। जंगम कहते भी वो शिव जी के उपासक होंदे ने, जिन्होंने टल्ली बाबा कह के भी संबोधन करते हैं लोग, आम वो पिंडां विच टल्लियां वजाउंदे फिरदे ने। कहते जोगी जंगम अर सन्यास, वो सन्यासी मनुख जिन्होंने विकारां तो सन्यास लै लिया, माया का त्याग कर दिता। सब ही पर डारी ए फास, सारियां दे उत्ते जिहड़ी है विकारां ने अपनी ये फाही पा रखी है। काम ने क्रोध ने सारियां नूं अपने जाल दे विच फसा रखिया। कोई जोगी होवे, जंगम होवे, सन्यासी होवे, कोई भी इन्हां तो बचिया नहीं। इस माया ने सारियां नूं ही फसाया होया है। जेह जेह हर को नाम समार। पातशाह कहते ने, कहते जेह जे हर को नाम समार, जेड़ा जेड़ा मनुख संसार विच ना परमात्मा दे नाम नूं संभालदा, अपने हिरदे विच वसाउंदा है, ते पाव सागर उतरै पार। इस संसार एक माया दा भव सागर है। वो मनुख जिहड़े परमात्मा दे नाम नूं उहदी वडियाई नूं अपने हिरदे विच वसाउंदे ने, चंगे गुणां नाल सांझ करदे ने, कहंदे वो भव सागर तो पार उतर जांदे ने। जन नानक हर की शरनाए। कहंदे हे जन नानक, गुरु नानक देव पातशाह कथन करदे ने जिहड़े सेवक जिहड़े जन हर की शरनाए परमात्मा की शरण दे विच चले जाते ने। पातशाह कहते दीजै नाम रहै गुण गाए। जिन्हां ने अपने आप को गुरु की शरण दे विच ले आंदा, गुरु अगे बेनती की सतगुरु पातशाह जी मैनू नाम की दात बख्शिश करो। दीजै नाम रहै गुण गाए, वो परमात्मा दे गुण गाउंदे ने, उहदी वडियाई नूं साझा करदे ने अपनी जिंदगी दे विच भी सतगुरु पातशाह मैनू नाम की दात बख्शिश करो। मैं बड़े यतन करके देखे
प्यारे इन बिद मिलन न जाई, मैं किए कर्म अनेका। मैं अनेका यतन करके देख ले, हे प्यारे इन बिद मिलन ना जाई। इदां मिलाप नहीं हुंदा परमात्मा दे नाल जेकर काम हिरदे विच वसदा होवे। प्यारे इन बिद मिलन ना जाई, मैं किए